हेलो व्यूअर्स वेलकम टू माय नेक्स्ट वीडियो। ਅੱਜ ਦੀ ਵੀਡੀਓ ਪ੍ਰਾਈਵੇਟ ਸਟੂਡੈਂਟਸ ਦੇ ਲਈ BA1 ਸਮੈਸਟਰ 2 ਪ੍ਰਾਈਵੇਟ ਜੋ ਕਰ ਰਹੇ ਹਨ ਫਰੋਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਦਾ ਸਿਲੇਬਸ ਇੰਗਲਿਸ਼ ਕੰਪਲਸਰੀ ਦਾ ਜੋ ਕਿ ਪੂਰਾ ਹੀ ਆਲਰੇਡੀ ਮੇਰੇ ਚੈਨਲ ਤੇ ਅਪਲੋਡਡ ਹੈ, ਤੁਸੀਂ ਵਾਚ ਕਰ ਸਕਦੇ ਹੋ। ਸਿਰਫ ਉਹਦਾ ਸਿਲੇਬਸ ਡਿਸਕਸ ਕਰਾਂਗੇ ਤੇ ਇਸ ਦੇ ਨਾਲ ਪਲੇਲਿਸਟ ਦਾ ਜੋ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਰੱਖ ਦਾਂਗੀ, ਤੁਸੀਂ ਵਾਚ ਕਰ ਸਕਦੇ ਹੋ ਉਸ 'ਤੇ ਕਲਿੱਕ ਕਰਕੇ। ਸਾਰੀਆਂ ਪੋਇਮਸ ਸਾਰੇ ਹੀ ਗ੍ਰਾਮਰ ਪਾਰਟ ਅਪਲੋਡਡ ਹੈ। ਹਾਂਜੀ, ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਸ BA ਪਾਰਟ 1 ਤੁਸੀਂ ਪੇਪਰ ਦੇ ਵਿੱਚ ਕਮਿਊਨੀਕੇਸ਼ਨ ਸਕਿੱਲਸ ਭਰਨਾ ਹੈ। ਸਮੈਸਟਰ 2 ਪ੍ਰਾਈਵੇਟ ਸਟੂਡੈਂਟ ਦੇ ਲਈ 2024-25 ਤੇ 25-26 ਦਾ ਸਿਲੇਬਸ ਹੈ। 100 ਮਾਰਕਸ ਦਾ ਟੋਟਲ ਪੇਪਰ ਰਹੇਗਾ। ਇੰਸਟਰਕਸ਼ਨਸ ਕੀ ਹੈ? ਕੁਐਸਚਨ ਪੇਪਰ ਸ਼ੈਲ ਕੰਸਿਸਟ 3 ਯੂਨਿਟਸ, 3 ਯੂਨਿਟਸ ਹੋਣਗੇ। ਯੂਨਿਟ 1 30 ਨੰਬਰ ਦਾ ਹੋਏਗਾ, ਯੂਨਿਟ 2 30 ਨੰਬਰ ਦਾ ਹੋਏਗਾ ਤੇ ਯੂਨਿਟ 3 40 ਨੰਬਰ ਦਾ ਹੋਏਗਾ। ਤਾਂ ਡਿਸਕਸ ਕਰਦੇ ਹਾਂ ਯੂਨਿਟ 1 ਦੇ ਵਿੱਚ ਕੀ ਹੈ। ਫਰਸਟ ਹੈ ਪੋਇਟਿਕ ਪੈਲੇਟ ਬਾਈ ਓਰੀਐਂਟ ਬਲੈਕਸਵੇਨ। ਇਸ ਦੇ ਵਿੱਚ ਬਹੁਤ ਹੀ ਸਿੰਪਲ ਪੋਇਮਸ ਹਨ। ਪੀਪਲਸ ਸੌਂਗ ਬਾਈ ਰੋਬਰਟ ਬਰਾਉਨਿੰਗ, ਐਪਰੈਂਟਲੀ ਵਿਦ ਨੋ ਸਰਪ੍ਰਾਈਜ਼ ਬਾਈ ਐਮਲੀ ਡਿਕਿੰਸਨ, ਫੂਲ ਐਂਡ ਫਲੀ ਬਾਈ ਜੀਤ ਥਾਇਲ, ਮੈਜਿਕ ਆਫ ਲਵ ਬਾਈ ਹੈਲਨ ਫੇਰਿਸ, ਦ ਚੇਂਜ ਆਫ ਦ ਲਾਈਟ ਬ੍ਰਿਗੇਡ ਬਾਈ Alfred Tennyson, then Where the Mind is Without Fear by Rabindranath Tagore, The Soul's Prayer by Sarojini Naidu, I Sit and Look Out, Walt Whitman, then Women's Rights, Annie Louise Walker, then Goodbye Party for Miss Pushpa T.S. Nazim Ezekiel। 10 ਪੋਇਮ ਹੈ ਬੇਟਾ। 10 ਪੋਇਮ ਦੇ ਵਿੱਚ ਕਿਸ ਤਰ੍ਹਾਂ ਆਏਗਾ? ਪਹਿਲੀਆਂ 5 ਪੋਇਮ ਚੋਂ ਇੱਕ ਦੋ ਲੌਂਗ ਕੁਐਸਚਨ ਆਣਗੇ ਤੇ ਤੁਸੀਂ ਇੱਕ ਕਰਨਾ ਹੋਏਗਾ, ਠੀਕ ਹੈ। ਇਸੇ ਤਰੀਕੇ ਫਿਰ ਅਗਲੀਆਂ 5 ਪੋਇਮ ਚੋਂ ਮਤਲਬ 6 ਤੋਂ 10 ਦੋ ਲੌਂਗ ਆਣਗੇ ਤੇ ਇੱਕ ਕਰਨਾ ਹੋਏਗਾ। ਉਹ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਇਸ ਤੋਂ ਇਲਾਵਾ ਰੇਮੰਡ ਮਰਫੀ ਰੇਮੰਡ ਦੀ ਗ੍ਰਾਮਰ ਹੈ, ਇੰਗਲਿਸ਼ ਗ੍ਰਾਮਰ ਇਨ ਯੂਜ਼। ਕਿੰਨੀਆਂ ਐਕਸਰਸਾਈਜ਼ ਹੈ? 38 to 68 ਐਂਡ 82 to 91। ਇਹ ਸਾਰੀਆਂ ਹੀ ਅਪਲੋਡਡ ਹੈ, ਤੁਸੀਂ ਵਾਚ ਕਰ ਸਕਦੇ ਹੋ। ਤਾਂ ਅਪੈਂਡਿਸਿਸ 5 and 6 ਹੈ। ਕਲੀਅਰ? ਤਾਂ ਹੁਣ ਪੇਪਰ ਆਏਗਾ ਕਿਵੇਂ, ਟੈਸਟਿੰਗ ਕਿਵੇਂ ਹੋਏਗੀ, ਕੁਐਸਚਨ ਪੇਪਰ ਕਿਵੇਂ ਆਏਗਾ। 1 ਐਸੇ ਟਾਈਪ ਕੁਐਸਚਨ ਆਏਗਾ ਇੰਟਰਨਲ ਆਲਟਰਨੇਟਿਵ ਨਾਲ, ਜਿਹਦੇ ਵਿੱਚ ਪੋਇਮ ਦੇ ਵਿੱਚੋਂ ਥੀਮ ਆ ਸਕਦਾ ਹੈ, ਇੰਸੀਡੈਂਟ ਆ ਸਕਦਾ ਹੈ, ਕਰੈਕਟਰ ਆ ਸਕਦਾ ਹੈ ਜਾਂ ਮੇਨ ਆਈਡੀਆਜ਼ ਆ ਸਕਦੇ ਹੈ। ਤਾਂ ਪਹਿਲੀਆਂ 5 ਪੋਇਮ 'ਚੋਂ ਆਉਣਗੇ ਤਾਂ ਤੁਸੀਂ ਕੁਐਸਚਨ ਦਾ ਆਨਸਰ 500 ਤੋਂ 550 ਸ਼ਬਦ। ਹੁਣ ਪੋਇਮ ਹੈ, ਬਹੁਤ ਛੋਟੀ ਹੈ, ਕਿਵੇਂ ਆਨਸਰ ਕਰੋਗੇ? ਸਭ ਤੋਂ ਪਹਿਲਾਂ ਪੋਇਟ ਬਾਰੇ ਇੱਕ ਪੈਰਾ ਲਿਖੋਗੇ, ਇੱਕ ਪੂਰਾ ਸਟੈਂਜ਼ਾ ਪੋਇਟ ਬਾਰੇ ਲਿਖੋਗੇ, ਠੀਕ ਹੈ। ਫਿਰ ਉਸ ਤੋਂ ਬਾਅਦ ਪੋਇਮ ਦਾ ਪੂਰੀ ਸਮਰੀ ਦਿਓਗੇ, ਥੀਮ ਦਿਓਗੇ। ਤਾਂ ਕਿਵੇਂ ਉਹਨੂੰ ਜਸਟੀਫਾਈ ਕਰੋਗੇ? ਲਾਈਨਸ ਫਰੋਮ ਦਾ ਪੋਇਮ, ਪੋਇਮ ਦੇ ਵਿੱਚੋਂ ਲਾਈਨਸ ਕੋਟ ਕਰਕੇ, ਤਾਂ ਹੀ ਤੁਹਾਡਾ ਇਹ ਜੋ ਆਨਸਰ ਹੈ ਬਹੁਤ ਅੱਛਾ ਬਣੇਗਾ। ਤੇ ਇਹ ਆਲਰੇਡੀ ਅਪਲੋਡਡ ਹੈ, ਤੁਸੀਂ ਵਾਚ ਕਰ ਸਕਦੇ ਹੋ। 15 ਨੰਬਰ ਦਾ 15 ਮਾਰਕਸ ਦਾ ਹੋ ਗਿਆ ਬੱਚੇ। ਇਹ ਇਸੇ ਤਰੀਕੇ 6 to 10 ਪੋਇਮਸ ਦੇ ਵਿੱਚੋਂ ਵੀ 2 ਆਉਣਗੇ ਲੌਂਗ ਤੇ ਇੱਕ ਕਰਨਾ ਹੋਏਗਾ ਤੇ 15 ਨੰਬਰ ਦਾ ਇੱਕ ਹੋਏਗਾ। ਦੈਨ ਯੂਨਿਟ 2 ਦੇ ਵਿੱਚੋਂ ਲੌਂਗ ਕੁਐਸਚਨਸ ਹੈ ਕੁਐਸਚਨ 3 4 ਐਨੀ ਵਨ ਫਰੋਮ ਕੁਐਸਚਨ 5 and 6। ਮਤਲਬ ਤੀਜੇ ਤੇ ਚੌਥੇ ਕੁਐਸਚਨ 'ਚੋਂ ਕੋਈ ਇੱਕ ਕਰਨਾ ਹੈ, ਪੰਜਵੇਂ ਤੇ ਛੇਵੇਂ 'ਚ ਤੁਸੀਂ ਕੋਈ ਇੱਕ ਕਰਨਾ। ਤੇ ਉਹ ਕੁਐਸਚਨ ਕਿਹੜੇ ਹਨ ਬੇਟਾ? 2 stanzas out of 3 to be set the prescribed poems, the poetic palette to be explained with the reference to context। reference to context ਵੀ ਮੇਰੇ ਚੈਨਲ ਤੇ ਕਰਵਾਏ ਹੋਏ ਹੈ, ਤੁਸੀਂ ਵਾਚ ਕਰ ਸਕਦੇ ਹੋ। ਤਾਂ ਤੁਸੀਂ ਐਕਸਪਲੇਨ ਕਰਨਾ ਹੈ ਕਿ ਕਿਵੇਂ ਉਹਨਾਂ ਨੂੰ ਤੁਸੀਂ ਸੋਲਵ ਕਰਾਂ। ਰੈਫਰੈਂਸ ਟੂ ਕੰਟੈਕਸਟ ਮਤਲਬ ਉਹ ਪੋਇਮ ਕਿੰਨੇ ਲਿਖੀ ਹੈ, ਕਿੱਥੋਂ ਲਿੱਤਾ ਗਿਆ, ਰਾਈਟਰ ਕੀ ਹੈ, ਪੋਇਮ ਦਾ ਕੀ ਨਾਮ ਹੈ, ਠੀਕ ਹੈ। ਲਾਈਨਸ ਆਉਣਗੀਆਂ ਤੁਹਾਨੂੰ 5 to 6, ਉਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਆਈਡੈਂਟੀਫਾਈ ਕਰਨਾ ਹੈ ਕਿ ਇਹ ਕਿਹੜੀਆਂ ਪੋਇਮ ਦੀਆਂ ਲਾਈਨਸ ਹੈ, ਕਿਹਨੇ ਲਿਖੀ ਹੈ, ਤਾਂ ਉਹਦਾ ਮੇਨ ਥੀਮ ਕੀ ਹੈ, ਅਤੇ ਉਹਨਾਂ ਲਾਈਨਸ ਨੂੰ ਐਕਸਪਲੇਨ ਕਰਨਾ ਹੈ ਸਿੰਪਲ ਵਰਡਿੰਗ, ਆਪਣੀ ਵਰਡਿੰਗ ਦੇ ਵਿੱਚ। ਨੈਕਸਟ ਹੈ 2 stanzas ਆਊਟ ਆਫ 3 ਟੂ ਬੀ ਸੈਟ ਫਰੋਮ ਦਾ ਪ੍ਰਿਸਕ੍ਰਾਈਬ ਫਰੋਮ 6 to 10। ਮਤਲਬ ਪ੍ਰਸੰਗ ਸਹਿਤ ਵਿਆਖਿਆ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਪਹਿਲੀਆਂ 5 ਪੋਇਮ 'ਚੋਂ ਆਏਗੀ, 3 ਪੈਰੇ ਆਉਣਗੇ, 2 ਕਰਨੇ ਹੋਣਗੇ। ਫਿਰ ਅਗਲੀਆਂ 5 'ਚੋਂ ਆਏਗੀ, 3 ਪੈਰੇ ਆਉਣਗੇ, 2 ਕਰਨੇ ਹੋਣਗੇ। 7.5 ਨੰਬਰ ਦਾ 7.5 ਮਾਰਕਸ ਦਾ ਇੱਕ ਹੋਏਗਾ ਅਤੇ ਦੋਨੋਂ ਹੋਣਗੇ 15 ਮਾਰਕਸ ਦੇ। ਮੀਨਸ ਜੇ ਤੁਸੀਂ ਪੇਪਰ ਲਈ ਚਾਹੇ ਪਹਿਲੀਆਂ 5 ਤਿਆਰ ਕਰ ਲਓ, ਚਾਹੇ ਅਖੀਰਲੀਆਂ 5 ਤਿਆਰ ਕਰ ਲਓ, ਜਿਹੜੀਆਂ ਸੌਖੀਆਂ ਲੱਗਦੀਆਂ,
ठीक है। सब तो पहलियां 5 वालियां सौखियां क्योंकि इन्होंने दोनों चो तुसी एक क्वेश्चन करके आना है, ठीक है। इन्होंने दोनों चो तुसी एक क्वेश्चन करना है, तो इसलिए तुसी बेटर है सौखे वाला कर लो। क्लीयर है जी। इस तो बाद ट्रांसलेशन, ट्रांसलेशन फ्रॉम इंग्लिश टू पंजाबी या हिंदी 8 सेंटेंस आएंगे, ठीक है जी। तो वह इन लिeu ऑफ ट्रांसलेशन फॉर बाकी फॉरन जो स्टूडेंट है उन्होंने वखरा होएगा, तो ट्रांसलेशन आएगी 15 मार्क्स की। द कैंडिडेट शुड राइट द मीनिंग ऑफ फॉर्म सेंटेंसिस, पहला मीनिंग लिखणगे तो सेंटेंस फॉर्म करेंगे। इन्होंने दोनों के भी ऑप्शन है और है, चाहे आ कर लो चाहे चाहे मेक सेंटेंस कर लो 10 से 10 पोएम्स है, वो भी सारे ही अपलोडिड है। मेक सेंटेंस सारिया पोएम्स है अपलोडिड है, 10 या 10 पोएम्स है, तुसी वॉच कर सकते हो। चाहे तुसी ट्रांसलेशन कर लो, ਇਹਦਾ ਤੁਸੀਂ ਦੋਨੋਂ ਹੀ ਸੈਕਸ਼ਨ ਤਿਆਰ ਕਰ ਲਓ ਜਿਹੜਾ ਤੁਹਾਨੂੰ ਉੱਥੇ ਈਜ਼ੀ ਲੱਗਿਆ। ਜੇ ਸੈਂਟੈਂਸ ਈਜ਼ੀ ਲੱਗੇ ਤਾਂ ਸੈਂਟੈਂਸ ਕਰ ਲਿਓ ਕਿਉਂਕਿ ਸੌਖੇ ਹੈ ਨਾ, ਬਹੁਤ ਘੱਟ ਬਹੁਤ ਲਿਮਿਟਡ ਜੇ ਹੈ ਕਿਉਂਕਿ ਪੋਇਮਸ ਦੇ ਵਿੱਚੋਂ ਇੰਨੇ ਵਰਡਸ ਨਹੀਂ ਹੈ, ਪੋਇਮਸ ਕੋਈ ਲੈਂਥੀ ਨਹੀਂ ਹੈ, ਵੱਡੀਆਂ ਨਹੀਂ ਹੈ, ਤਾਂ ਲਿਮਿਟਡ ਵਰਡਸ ਹੀ ਹੈ, ਬਹੁਤ ਥੋੜ੍ਹੇ ਜਿਹੇ ਸ਼ਬਦ ਹੀ ਹੈ, ਤੁਸੀਂ ਕਰ ਸਕਦੇ ਹੋ। ਚਾਹੇ ਤੁਸੀਂ ਟਰਾਂਸਲੇਸ਼ਨ ਪ੍ਰੈਕਟਿਸ ਕਰ ਲਓ ਤਾਂ ਜਿਹੜੀ ਤੁਹਾਨੂੰ ਪੇਪਰ ਦੇ ਵਿੱਚ ਸੌਖੀ ਲੱਗੂਗੀ ਉਹ ਪਾਰਟ ਤੁਸੀਂ ਅਟੈਂਪਟ ਕਰਿਆ ਆਇਓ, ਪਰ ਨੰਬਰ ਬਿਲਕੁਲ ਨਹੀਂ ਗਵਾਣੇ। ਬਿਲਕੁਲ ਕੋਈ ਵੀ ਆਨਸਰ ਅਨਅਟੈਂਪਟਡ ਛੱਡ ਕੇ ਨਹੀਂ ਆਣਾ, ਖਾਲੀ ਛੱਡ ਕੇ ਨਹੀਂ ਆਣਾ। ਅੱਛੇ ਮਾਰਕਸ ਆਣਗੇ ਜੇ ਤੁਸੀਂ ਮੇਰੇ ਅਕੋਰਡਿੰਗ ਤਿਆਰੀ ਕਰੋਗੇ। ਤਾਂ 15 ਨੰਬਰ ਦਾ ਤੁਹਾਨੂੰ ਕੀ ਆਏਗਾ, ਮੇਕ ਸੈਂਟੈਂਸ ਜਾਂ ਟਰਾਂਸਲੇਸ਼ਨ ਦੇ ਵਿੱਚ ਆਪਸ਼ਨ। ਟਰਾਂਸਲੇਸ਼ਨ ਕਿਵੇਂ ਕਰਨੀ ਹੈ ਇਹਦੇ ਰੂਲਸ ਵੀ ਪਾਏ ਹੋਏ ਆ, ਮੇਕ ਸੈਂਟੈਂਸਿਸ ਸਾਰੇ ਹੀ ਪਾਏ ਹੋਏ ਆ। ਇਸ ਤੋਂ ਬਾਅਦ ਗ੍ਰਾਮਰ ਪਾਰਟ ਆ ਗਿਆ ਬੇਟਾ। ਗ੍ਰਾਮਰ ਪਾਰਟ 40 ਨੰਬਰ ਦਾ ਆਉਣਾ ਹੈ। ਹੁਣ ਇਹਦੇ 'ਚ ਵੀ ਪੂਰੀ ਟ੍ਰਿਕ ਹੈ ਹਾਊ ਟੂ ਗੈਟ ਮਾਰਕਸ, ਠੀਕ ਹੈ। ਸਮਾਰਟ ਵਰਕ ਕਰਨਾ ਹੈ, ਹਾਰਡ ਵਰਕ ਤਾਂ ਕਰਦੀ ਹਾਂ, ਸਮਾਰਟ ਵਰਕ ਕਰਨਾ ਹੈ। ਹੁਣ ਦੋ ਪਾਰਟ ਹੈ 16 + 24 16 + 24 ਦੋ ਪਾਰਟਸ ਦੇ ਵਿੱਚ ਆਏਗਾ। ਗ੍ਰਾਮਰ ਸਾਨੂੰ ਕਿਵੇਂ ਵੰਡੀ ਗਈ ਹੈ 38 to 68 ਐਂਡ 82 to 91। ਜ਼ਿਆਦਾਤਰ ਪੇਪਰ ਕਿਵੇਂ ਪਾਇਆ ਜਾਂਦਾ ਸਾਰੇ ਬੱਚਿਆਂ ਦੀ ਇੰਟੈਲੀਜੈਂਸ ਨੂੰ ਦੇਖ ਕੇ 82 to 91 ਬਹੁਤ ਘੱਟ ਐਕਸਰਸਾਈਜ਼ਸ ਹੈ। ਕਲੀਅਰ ਹੈ, ਬਹੁਤ ਘੱਟ 10 ਐਕਸਰਸਾਈਜ਼ਸ ਹੀ ਹਾਰਡਲੀ ਬਣਨਗੀਆਂ। ਇਹ ਤੁਸੀਂ ਬਹੁਤ ਧਿਆਨ ਨਾਲ ਕਰ ਲੈਣੀ ਹੈ। ਤੁਹਾਨੂੰ ਇਹ ਗ੍ਰਾਮਰ ਜੋ ਆਉਣੀ ਹੈ 40 ਮਾਰਕਸ ਦੀ, ਇਹਦੇ 'ਚ ਜੋ 24 ਮਾਰਕਸ ਵਾਲਾ ਪਾਰਟ ਹੈ श्योर है क्योंकि ऑप्शंस आनी है ना बच्चे। किस तरह ऑप्शंस आनी है देखो ध्यान नाल। 12 ऑब्जेक्टिव टाइप क्वेश्चंस एंड विल बी बेस्ड ऑन द प्रिस्क्राइब्ड यूनिट्स एंड एडिशनल एक्सरसाइज फ्रॉम इंग्लिश ग्रामर इन यूज़। किन्ने करने हैं पहले वाले जो तुसी करने हैं दिस क्वेश्चन शैल कंप्राइज 8 शॉर्ट नोट तो बी दे विच 12 आएंगे। क्लीयर। तो ऑप्शंस दित्तियां होणगियां, तुसी ऑप्शंस दे विचों 8 ते 12 करने हैं, 14 चो 12 या 10 चो 12 ऑप्शंस दित्तियां होणगियां। द कैंडिडेट विल बी रिक्वायर्ड टू अटैम्प्ट 8 आउट ऑफ 10 किन्ने चो 10 चो 8 करने हैं, जेड़े कि किन्ने नंबर दे होणगे बेटा इट्स ऑफ 16 मार्क्स। उस तो बाद फिर किन्ने 15 चो तुसी करने हैं, 15 चो किन्ने करने हैं 12 सेंटेंस, जेड़े किन्ने नंबर दे होणगे 24 नंबर दे 24। 12 मल्टीप्लाई बाय 12 मल्टीप्लाई बाय 2 इज इक्वल टू 24। क्लीयर है जी। तो 82 to 91 कर लोगे तो मोस्ट प्रोबेबली थोड़ा 24 मार्क्स वाला पेपर जो है बिल्कुल क्लीयर हो जाएगा। मीनस पासिंग मार्क्स थोड़े आराम नाल बनते। ठीक है। हुण कई बच्चे की करते हैं जी 15 सेंटेंस आ गए छड्डे आंदे, नहीं छड्डनी। सेंटेंस जरूर सॉल्व करने हैं सारे दे सारे ही। एक लाइन दे विच एक सेंटेंस सॉल्व किया, उस तो बाद एक लाइन छड्डो, ठीक है, फिर सैकेंड सेंटेंस सॉल्व करो, फिर एक लाइन छड्डो, फिर थर्ड सेंटेंस सॉल्व करो। ऐदा करके सॉल्व करके आने हैं। जे 15 चों 10 भी गलत हो गए, चलो सॉरी 5 भी गलत हो गए, 10 ठीक हो गए या जिन्ने भी सही हो गए थोड़े मार्क्स बनते हैं। क्योंकि कई ऑप्शंस तो सिर्फ यही आती टिक द करैक्ट आंसर, तुसीं टिक भी नहीं ला के आ सकते। नहीं बच्चे असीं ऐदा दे तां नहीं आ। एटलीस्ट अपनी जिन्नी इंटैलीजेंस तुहाडे कोल है उन्होंने यूज़ करके टिक तो लगाओ ना, या ऑप्शन चूज़ करनी है दिस और दैट, उहदे चों एक फिलअप करना है। ठीक है। फिल इज़ एम आर तुसीं एक तो फिल कर ही सकते हो ना। तो जे गलत हो गया ओके है, सही हो गया तो नंबर आ जाएंगे बेटा। इसलिए फेल नहीं होना बिल्कुल भी, अपनी इंटैलीजेंस यूज़ करके पेपर को सॉल्व करना है। उम्मीद करती हैं भी ये निक्कियां निक्कियां गल्लां कोशिश करनगियां तुहानूं अच्छे नंबर लैके जान च, ते वो बच्चे जिहड़े वर्क कर रहे हैं नाल नाल पढ़ रहे हैं उन्होंने चंगे नंबर लैन दे विच ते पास होने दे विच।
ਥੈਂਕ ਯੂ, ਗੋਡ ਬਲੈਸ ਯੂ। ਜੇ ਤੁਸੀਂ ਅਜੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ। ਬਹੁਤ ਸਾਰੀਆਂ ਪੰਜਾਬੀ ਯੂਨੀਵਰਸਿਟੀ ਨਾਲ ਰਿਲੇਟਡ ਗੱਲਾਂ ਮੈਂ ਦੱਸਦੀ ਰਹਿੰਦੀ ਹਾਂ। ਤਾਂ ਸਿਲੇਬਸ ਵੀ ਇੰਗਲਿਸ਼ ਦਾ ਨਾਲ ਦੀ ਨਾਲ ਹੀ ਅਪਲੋਡ ਹੋ ਜਾਂਦਾ ਹੈ। ਸਿਹਤ ਤੇ ਪਰਮਾਤਮਾ ਸਾਥ ਦੇਵੇ ਤਾਂ ਨਾਲ ਦੀ ਨਾਲ ਤੁਹਾਨੂੰ ਅਗਲਾ ਸਿਲੇਬਸ ਵੀ ਅਪਲੋਡ ਕਰਦੀ ਜਾਊਂਗੀ। ਥੈਂਕ ਯੂ, ਗੋਡ ਬਲੈਸ ਯੂ।